ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ, ਭਾਗ 45ਵਾਂ। ਸਾਜ਼ਿਸ਼ ਦੇ ਸਿਧਾਂਤ ਦੀ ਬੁਨਿਆਦੀ ਕਮਜ਼ੋਰੀ ਇਹ ਹੈ ਕਿ ਘਟਨਾਵਾਂ ਅਤੇ ਵਰਤਾਰਿਆਂ ਨੂੰ ਉਹਨਾਂ ਦੇ ਅੰਦਰੂਨੀ ਗਤੀ ਨਿਯਮਾਂ ਅਨੁਸਾਰ ਜਾਣਨ ਤੇ ਪੜਤਾਲਣ ਦੀ ਪਹੁੰਚ ਅਪਣਾਉਣ ਦੀ ਬਜਾਏ ਬਾਹਰੀ ਪੱਖਾਂ ਅਤੇ ਸ਼ਕਤੀਆਂ ਦੇ ਪ੍ਰਭਾਵ ਨੂੰ ਨਿਰਣਾਕਾਰੀ ਮੰਨ ਲਿਆ ਜਾਂਦਾ ਹੈ। ਇਸ ਪਹੁੰਚ 'ਚੋਂ ਨਿਕਲੇ ਨਿਰਣੇ ਬਹੁਤ ਵਾਰੀ ਸਰਸਰੀ ਨਜ਼ਰ ਨਾਲ ਦੇਖਿਆਂ ਜਿੰਨੇ ਦਰੁਸਤ ਤੇ ਜਚਣਹਾਰ ਲੱਗਦੇ ਹਨ, ਹਕੀਕਤ ਵਿੱਚ ਉਨੇ ਹੀ ਗਲਤ ਤੇ ਗੁੰਮਰਾਹਕੁਨ ਹੁੰਦੇ ਹਨ। ਭਿੰਡਰਾਂ ਵਾਲੇ ਵਰਤਾਰੇ ਦੀ ਹੀ ਮਿਸਾਲ ਲੈ ਲਵੋ। ਜਦੋਂ ਇਹ ਗੱਲ ਕਹੀ ਜਾ ਮੰਨੀ ਜਾਂਦੀ ਹੈ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਤੋਂ ਪ੍ਰੇਰਿਤ ਖਾੜਕੂ ਧਾਰਾ ਕੁਝ ਬਾਹਰੀ ਸ਼ਕਤੀਆਂ ਜਾਂ ਵਿਅਕਤੀਆਂ ਭਾਵ ਇੰਦਰਾ ਗਾਂਧੀ ਤੇ ਗਿਆਨੀ ਜੈਲ ਸਿੰਘ ਵਗੈਰਾ ਦੁਆਰਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਮਨਸ਼ਾ ਨਾਲ ਘੜੀ ਗਈ ਸਾਜ਼ਿਸ਼ ਦਾ ਨਤੀਜਾ ਸੀ, ਤਾਂ ਇਸ ਅਹਿਮ ਸੱਚਾਈ ਨੂੰ ਆਰਾਮ ਨਾਲ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿ ਕੋਈ ਵੀ ਵੱਡੀ ਲਹਿਰ ਪੈਦਾ ਨਹੀਂ ਹੋ ਸਕਦੀ ਜੇਕਰ ਸਮਾਜ ਦੇ ਕਿਸੇ ਵਰਗ ਨੂੰ ਉਸ ਨਾਲ ਹੋ ਰਹੀ ਕਿਸੇ ਵਧੀਕੀ ਜਾਂ ਬੇਇਨਸਾਫੀ ਦਾ ਅਹਿਸਾਸ ਨਾ ਹੋਵੇ। ਕਿਸੇ ਵਰਗ ਅੰਦਰ ਵੱਡੀ ਬੇਚੈਨੀ ਪੈਦਾ ਨਹੀਂ ਹੋ ਸਕਦੀ ਜੇਕਰ ਉਸ ਵਰਗ ਨੂੰ ਇਹ ਅਹਿਸਾਸ ਨਾ ਹੋਵੇ ਕਿ ਕਾਇਮ ਮੁਕਾਮ ਵਿਵਸਥਾ ਉਸ ਦੇ ਹਿੱਤਾਂ ਦੇ ਅਨੁਕੂਲ ਨਹੀਂ ਜਾਂ ਉਸ ਦੀ ਤਰੱਕੀ ਦੇ ਰਾਹ 'ਚ ਰੋਕ ਬਣ ਰਹੀ ਹੈ ਅਤੇ ਕਿਸੇ ਵਰਗ ਵਿਸ਼ੇਸ਼ ਦੁਆਰਾ ਜਾਣ ਬੁੱਝ ਕੇ ਉਸ ਨਾਲ ਧੱਕਾ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਜੇਕਰ ਇਹ ਸਾਰੀਆਂ ਗੱਲਾਂ ਨਾ ਹੋਣ ਤਾਂ ਕਿਸੇ ਵੀ ਵਰਗ ਨੂੰ ਜਾਂ ਉਸ ਦੇ ਤਕੜੇ ਹਿੱਸੇ ਨੂੰ ਬੇਵਜ੍ਹਾ ਹੀ ਲੜਨ ਲਈ ਨਹੀਂ ਉਕਸਾਇਆ ਜਾ ਸਕਦਾ। ਮਰਨ ਲਈ ਤਾਂ ਉੱਕਾ ਹੀ ਨਹੀਂ, ਉਕਸਾਉਣ ਵਾਲਾ ਭਾਵੇਂ ਕਿੰਨਾ ਵੀ ਚਾਦਰ ਕਿਉਂ ਨਾ ਹੋਵੇ। ਸੋ ਭਿੰਡਰਾਂ ਵਾਲੇ ਵਰਤਾਰੇ ਨੂੰ ਇੰਦਰਾ ਗਾਂਧੀ ਜਾਂ ਜੈਲ ਸਿੰਘ ਵੱਲੋਂ ਘੜੀ ਸਾਜ਼ਿਸ਼ ਦੀ ਉਪਜ ਨਿਪਜ ਮੰਨ ਕੇ ਤੇ ਮੰਨਣ ਤੇ ਕਹਿਣ ਦੇ ਦੋ ਅਰਥ ਨਿਕਲਦੇ ਹਨ। ਇੱਕ ਇਹ ਕਿ ਇਸ ਵਰਤਾਰੇ ਨੂੰ ਜਨਮ ਦੇਣ ਵਿੱਚ ਹਿੰਦੂ ਹਾਕਮਾਂ ਦੀ ਫਿਤਰਤ ਅਤੇ ਇਸ ਉੱਤੇ ਉਸਰੇ ਰਾਜਸੀ ਢਾਂਚੇ ਦਾ ਓਨਾ ਵੱਡਾ ਦੋਸ਼ ਨਹੀਂ ਜਿੰਨਾ ਕੁਝ ਵਿਅਕਤੀਆਂ ਦਾ ਹੈ। ਦੂਜਾ ਇਹ ਕਿ ਸੰਤ ਜਰਨੈਲ ਸਿੰਘ ਤੇ ਦੂਸਰੇ ਖਾੜਕੂ ਸਿੰਘ ਹਿੰਦੂ ਹਾਕਮਾਂ ਦੀਆਂ ਧੱਕੇਸ਼ਾਹੀਆਂ ਤੇ ਬੇਈਮਾਨੀਆਂ ਵਿਰੁੱਧ ਸਿੱਖੀ ਦੇ ਖਰੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਦੇ ਰਾਹ ਨਹੀਂ ਪਏ, ਬਲਕਿ ਇੰਦਰਾ ਗਾਂਧੀ ਤੇ ਜੈਲ ਸਿੰਘ ਵਰਗੇ ਬਦਨੀਤੇ ਲੋਕਾਂ ਦੇ ਸ਼ਿਸ਼ਕਰੇ ਹੀ ਖਾੜਕੂਵਾਦ ਦੇ ਰਾਹ ਪੈ ਤੁਰੇ ਸਨ। ਸਿੱਖ ਖਾੜਕੂ ਪੁਣੇ ਦੇ ਪੁੰਗਰਨ ਵਿਗਸਣ ਬਾਰੇ ਇਸ ਤਰ੍ਹਾਂ ਦੀ ਨਿਰਣਾਕਾਰੀ ਆਪਣੇ ਖਾਸੇ ਪੱਖੋਂ ਸਿੱਖ ਵਿਰੋਧੀ ਹੈ। ਇੱਕ ਤਾਂ ਇਸ ਰਾਹੀਂ ਭਾਰਤ ਦੇ ਅਜੋਕੇ ਰਾਜ ਪ੍ਰਬੰਧ ਅੰਦਰ ਸਿੱਖ ਕੌਮ ਨਾਲ ਹੋ ਰਹੀ ਸ਼ਰੀਹਣ ਵਿਤਕਰੇਬਾਜ਼ੀ, ਬੇਇਨਸਾਫੀ ਤੇ ਧੱਕੇਸ਼ਾਹੀ ਦੀ ਹਕੀਕਤ ਨੂੰ ਛੁਟਿਆਉਣਾ ਤੇ ਝੁਠਲਾਉਣ ਦਾ ਯਤਨ ਕੀਤਾ ਜਾਂਦਾ ਹੈ। ਦੂਸਰਾ, ਸੰਤ ਜਰਨੈਲ ਸਿੰਘ ਤੇ ਹੋਰਨਾਂ ਸਿੱਖ ਜੁਝਾਰੂਆਂ ਦੇ ਅਕਸ ਤੇ ਵਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਿੰਦੂ ਦਾਨਸ਼ਵਰ ਇਹ ਕੰਮ ਜਾਣ ਬੁੱਝ ਕੇ ਮੰਦ ਭਾਵਨਾ ਤਹਿਤ ਕਰ ਰਹੇ ਹਨ, ਜਦ ਕਿ ਕੁਝ ਸਿੱਖ ਵਿਦਵਾਨਾਂ ਵੱਲੋਂ ਅਜਿਹਾ ਅਣਜਾਣੇ ਤੌਰ ਤੇ ਅਤੇ ਮੰਦ ਬੁੱਧੀ ਤਹਿਤ ਹੋ ਰਿਹਾ ਹੈ। ਸਰਦਾਰ ਸੰਗਤ ਸਿੰਘ ਦੀ ਵੱਡੀ ਪੱਧਰ ਉੱਤੇ ਛਾਪੀ ਤੇ ਪ੍ਰਚਾਰੀ ਗਈ ਦ ਸਿੱਖਸ ਇਨ ਹਿਸਟਰੀ ਨਾਂ ਦੀ ਪੁਸਤਕ ਇਸ ਮਾਮਲੇ 'ਚ ਅਵਲ ਸ਼੍ਰੇਣੀ ਦੀ ਨਾਂਹ ਪੱਖੀ ਉਦਾਹਰਣ ਮੰਨੀ ਜਾ ਸਕਦੀ ਹੈ। ਸਰਦਾਰ ਸੰਗਤ ਸਿੰਘ ਵੱਲੋਂ ਇਸ ਕਿਤਾਬ ਅੰਦਰ ਸਿੱਖ ਖਾੜਕੂ ਲਹਿਰ ਬਾਰੇ ਪੇਸ਼ ਕੀਤਾ ਗਿਆ ਸਮੁੱਚਾ ਵਿਖਿਆਨ ਇਤਿਹਾਸ ਦੇ ਅੰਦਰੂਨੀ ਗਤੀ ਨਿਯਮਾਂ ਨੂੰ ਪੂਰਨ ਤੌਰ ਤੇ ਅਣਡਿੱਠ ਕਰਨ ਅਤੇ ਇਸ ਨੂੰ ਨਿਰਾਪੁਰਾ ਕੁਝ ਵਿਅਕਤੀਆਂ ਦੀਆਂ ਕੁਚਾਲਾਂ ਤੇ ਸਾਜ਼ਿਸ਼ਾਂ ਦੇ ਵਿਉਂਤਬੱਧ ਅਮਲ ਵਜੋਂ ਦੇਖਣ ਦੀ ਅੰਤਰਮੁਖੀ ਪਹੁੰਚ ਦਾ ਖਾਲਸ ਨਮੂਨਾ ਹੈ। ਇਤਿਹਾਸ ਦੇ ਅੰਦਰ ਵਾਪਰਨ ਵਾਲੀਆਂ ਵੱਡੀਆਂ ਸਮਾਜੀ ਘਟਨਾਵਾਂ ਤੇ ਵਰਤਾਰਿਆਂ ਨੂੰ ਕੁਝ ਵਿਅਕਤੀਆਂ ਦੇ ਚੰਗੇ ਬੁਰੇ ਇਰਾਦਿਆਂ ਤੇ ਚਾਲਾਂ ਦੀ ਲੀਲਾ ਬਣਾ ਕੇ ਪੇਸ਼ ਕਰਨਾ ਸਮਾਜੀ ਵਿਕਾਸ ਤੇ ਇਤਿਹਾਸ ਦੇ ਗਤੀ ਅਮਲ ਬਾਰੇ ਕੋਰੀ ਅਗਿਆਨਤਾ ਦਾ ਮੁਜ਼ਾਹਰਾ ਕਰਨਾ ਹੈ।
ਸਾਜ਼ਿਸ਼ ਦਾ ਸਿਧਾਂਤ ਵਿਦਵਾਨ ਭਾਈਚਾਰੇ ਦੇ ਇੰਨਾ ਮੂੰਹ ਚੜ ਗਿਆ ਹੈ ਕਿ ਬਹੁਤ ਸਾਰੇ ਸਿੱਖ ਬੁੱਧੀਮਾਨ ਬਿਨਾਂ ਸੋਚੇ ਬਿਨਾਂ ਜਾਣੇ ਸਿੱਖ ਸੰਘਰਸ਼ ਨਾਲ ਸੰਬੰਧਿਤ ਘਟਨਾਵਾਂ ਤੇ ਵੇਰਵਿਆਂ ਦੀ ਇਸੇ ਨੁਕਤਾ ਨਜ਼ਰ ਤੋਂ ਵਿਆਖਿਆ ਤੇ ਪੇਸ਼ਕਾਰੀ ਕਰਨ ਤੋਂ ਸੰਕੋਚ ਨਹੀਂ ਕਰਦੇ। ਸਿੱਟਾ ਇਹ ਨਿਕਲਦਾ ਹੈ ਕਿ ਉਹ ਸਿੱਖ ਸੰਘਰਸ਼ ਦੇ ਤੇ ਸਿੱਖ ਜੁਝਾਰੂਆਂ ਬਾਰੇ ਸਿੱਖ ਦੁਸ਼ਮਣ ਤਾਕਤਾਂ ਦੀ ਸੋਚ ਨਾਲ ਮੇਲ ਖਾਂਦੇ ਵਿਚਾਰਾਂ ਤੇ ਧਾਰਨਾਵਾਂ ਦਾ ਸੰਚਾਰ ਕਰਨ ਦੇ ਸਿੱਖ ਦੋਖੀ ਕਰਮ ਵਿੱਚ ਭਾਈਵਾਲ ਬਣ ਰਹੇ ਹਨ। ਇਸ ਹੀ ਰਵੇ ਦੀ ਇੱਕ ਹੋਰ ਬੌਧਿਕ ਵੰਨਗੀ ਹੈ ਜੋ ਸਿੱਖ ਜੁਝਾਰਵਾਦ ਨੂੰ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਜੁਝਾਰੂ ਸਮਰਥਕਾਂ ਦੀ ਧਾਰਮਿਕ ਕੱਟੜਤਾ ਦੇ ਨਾਂ ਮੜਦੀ ਹੈ। ਸਾਜ਼ਿਸ਼ ਦੇ ਸਿਧਾਂਤ ਨਾਲ ਇਸ ਦੀ ਇਹ ਰਾਗ ਸਾਂਝੀ ਹੈ ਕਿ ਦੋਨਾਂ ਵੱਲੋਂ ਹੀ ਸਿੱਖ ਜੁਝਾਰਵਾਦ ਦੇ ਸਥੂਲ ਕਾਰਨਾਂ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਉਂ ਕਰਨ ਵੇਲੇ ਇਹ ਸੱਚਾਈ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ ਕਿ ਜਿੰਨਾ ਚਿਰ ਕਿਸੇ ਵਿਚਾਰਧਾਰਾ ਨੂੰ ਸਾਜ਼ਗਰ ਸਥੂਲ ਹਾਲਤਾਂ ਨਹੀਂ ਜੁੜਦੀਆਂ ਉਨਾ ਚਿਰ ਉਹ ਠੋਸ ਮਾਦੀ ਸ਼ਕਤੀ ਵਿੱਚ ਤਬਦੀਲ ਨਹੀਂ ਹੋ ਸਕਦੀ। ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਪ੍ਰਗਟ ਹੋਏ ਸਿੱਖ ਖਾੜਕੂ ਭਾਰ ਸਮੇਤ ਇਹ ਗੱਲ ਇਸਲਾਮ ਜਗਤ ਦੇ ਕੁਝ ਖੇਤਰਾਂ ਅੰਦਰ ਚੱਲ ਰਹੀਆਂ ਇਸਲਾਮੀ ਪੁਨਰ ਸੁਰਜੀਤੀ ਦੀਆਂ ਲਹਿਰਾਂ ਉੱਤੇ ਵੀ ਬਰਾਬਰ ਢੁਕਦੀ ਹੈ। ਇਹਨਾਂ ਲਹਿਰਾਂ ਨੂੰ ਮੁਸਲਿਮ ਕੱਟੜ ਪ੍ਰਸਤੀ ਕਹਿ ਕੇ ਭੰਡਣ ਵਾਲਾ ਬੌਧਿਕ ਰੁਝਾਨ ਪੱਛਮ ਅੰਦਰ ਕਾਫੀ ਮਕਬੂਲ ਹੈ। ਇਸ ਸਿੱਧੇ ਜਿਹੇ ਸਵਾਲ ਦਾ ਜਵਾਬ ਢੂੰਡਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ 3 ਦਹਾਕੇ ਪਹਿਲਾਂ ਤੱਕ ਅਰਥਾਤ 50ਵਿਆਂ ਤੇ 70ਵਿਆਂ ਦੇ ਦਰਮਿਆਨ ਇਹੀ ਇਸਲਾਮੀ ਕੱਟੜਵਾਦ ਮਿਸਲ ਕਿਉਂ ਹੋਇਆ ਰਿਹਾ। ਅਫਗਾਨਿਸਤਾਨ ਤੋਂ ਲੈ ਕੇ ਮਿਸਰ ਤੱਕ ਅਤੇ ਇਰਾਕ ਤੋਂ ਲੈ ਕੇ ਅਲਜੀਰੀਆ ਤੱਕ ਇਸਲਾਮ ਜਗਤ ਦੇ ਅੰਦਰ ਉਧਾਰ ਖਿਆਲੀ ਤਾਕਤਾਂ ਦੀ ਚੜ੍ਹਤ ਕਿਉਂ ਬਣੀ ਰਹੀ ਅਤੇ ਫਿਰ ਬਾਅਦ ਦੇ ਦਹਾਕਿਆਂ ਅੰਦਰ ਜਾ ਕੇ ਉਦਾਰ ਖਿਆਲੀ ਤਾਕਤਾਂ ਦੀ ਇਹ ਚੜ੍ਹਤ ਅਚਾਨਕ ਮੱਠੀ ਕਿਉਂ ਪੈ ਤੁਰੀ ਤੇ ਕੱਟੜਵਾਦੀ ਵਿਚਾਰਧਾਰਾ ਨੇ ਅਚਾਨਕ ਕਿੱਥੋਂ ਸ਼ਕਤੀ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ। ਇਵੇਂ ਹੀ 60ਵਿਆਂ 70ਵਿਆਂ ਵਿੱਚ ਜਦ ਨਾ ਸਿਰਫ ਪੰਜਾਬ ਅਤੇ ਭਾਰਤ ਅੰਦਰ ਸਗੋਂ ਸਮੁੱਚੇ ਸੰਸਾਰ ਦੇ ਵੱਡੇ ਭਾਗਾਂ ਅੰਦਰ ਤਿੱਖੀ ਸਮਾਜੀ ਉਥਲ-ਪੁਥਲ ਮੱਚੀ ਹੋਈ ਸੀ ਤਾਂ ਸਿੱਖ ਜਗਤ ਦੇ ਅੰਦਰ ਧਾਰਮਿਕ ਕੱਟੜਪੁਣੇ ਨੂੰ ਜਾਂ ਸਿੱਖ ਗਰਮ ਖਿਆਲੀ ਰਾਜਸੀ ਧਾਰਾ ਨੂੰ ਜੋ ਹੁੰਗਾਰਾ ਤੇ ਹੁਲਾਰਾ ਇੱਕ ਦਹਾਕਾ ਬਾਅਦ ਜਾ ਕੇ ਮਿਲਿਆ ਉਹ ਉਦੋਂ ਕਿਉਂ ਨਾ ਮਿਲਿਆ। ਗੱਲ ਇਹ ਨਹੀਂ ਕਿ ਉਦੋਂ ਹਿੰਦੂ ਹਾਕਮ ਵਰਗ ਅੰਦਰ ਸਿੱਖ ਕੌਮ ਪ੍ਰਤੀ ਮੰਦ ਭਾਵਨਾ ਰੱਖਣ ਵਾਲੇ ਕਪਟੀ ਤੱਤਾਂ ਦੀ ਤੋੜ ਸੀ ਜਾਂ ਸਿੱਖ ਕੌਮ ਅੰਦਰ ਉਕਸਾਹਟ ਪੈਦਾ ਕਰਨ ਵਾਲਾ ਕੋਈ ਭਿੰਡਰਾਂ ਵਾਲਾ ਨਹੀਂ ਸੀ। ਇੰਦਰਾ ਗਾਂਧੀ ਤੇ ਜੈਲ ਸਿੰਘ ਦੀ ਜਾਤੀ ਦੇ ਲੋਕ ਉਦੋਂ ਵੀ ਕਿਰਿਆਸ਼ੀਲ ਸਨ ਅਤੇ ਭਿੰਡਰਾਂ ਵਾਲਾ ਜਥਾ ਦਮਦਮੀ ਟਕਸਾਲ ਉਦੋਂ ਵੀ ਸਿੱਖ ਪੰਥ ਅੰਦਰ ਧਾਰਮਿਕ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੇ ਕਾਰਜ ਵਿੱਚ ਬਰਾਬਰ ਜੁਟਿਆ ਹੋਇਆ ਸੀ। ਪਰ ਉਦੋਂ ਇਸ ਜਥੇ ਦੀਆਂ ਸਰਗਰਮੀਆਂ ਨਿਰੋਲ ਧਾਰਮਿਕ ਖੇਤਰ ਤੱਕ ਮਹਦੂਦ ਸਨ ਅਤੇ ਇਸ ਦੇ ਸੇਵਕਾਂ ਤੇ ਸ਼ਰਧਾਲੂਆਂ ਦਾ ਘੇਰਾ ਵੀ ਮੁਕਾਬਲਤਨ ਸੀਮਤ ਹੀ ਸੀ। ਭਿੰਡਰਾਂ ਵਾਲੇ ਜਥੇ ਨੂੰ ਨਿਰਲੇਪ ਧਾਰਮਿਕ ਖੇਤਰ ਤੋਂ ਰਾਜਨੀਤਿਕ ਸਰਗਰਮੀ ਦੇ ਪਿਹੜੇ ਅੰਦਰ ਖਿੱਚ ਲਿਆਉਣ ਅਤੇ ਇਸ ਦੇ ਪ੍ਰਭਾਵ ਖੇਤਰ ਨੂੰ ਵਿਸ਼ਾਲ ਬਣਾਉਣ ਵਿੱਚ ਕੁਝ ਖਾਸ ਘਟਨਾਵਾਂ ਤੇ ਹਾਲਤਾਂ ਨੇ ਵੱਡਾ ਰੋਲ ਅਦਾ ਕੀਤਾ। ਕੁਝ ਖਾਸ ਕਿਸਮ ਦੀਆਂ ਹਾਲਤਾਂ ਵਿੱਚ ਸਿੱਖ ਕੌਮ ਨਾਲ ਵਾਪਰੇ ਕੁਝ ਖਾਸ ਵਾਕਿਆਤ ਅਤੇ ਇਹਨਾਂ ਸਦਕਾ ਪੈਦਾ ਹੋਏ ਖਾਸ ਕਿਸਮ ਦੇ ਮਾਹੌਲ ਨੇ ਹੀ ਸੰਤ ਜਰਨੈਲ ਸਿੰਘ ਨੂੰ ਇੱਕ ਅਣਜਾਣੇ ਧਾਰਮਿਕ ਮਿਸ਼ਨਰੀ ਤੋਂ ਚੁੱਕ ਕੇ ਸਿੱਖ ਕੌਮ ਦੇ ਮਹਾਨ ਜਰਨੈਲ ਦੇ ਰੁਤਬੇ ਤੱਕ ਪਹੁੰਚਾ ਦਿੱਤਾ। ਜੇਕਰ ਇੱਥੇ ਨਾਟਕ ਲਫ਼ਜ਼ ਨੂੰ ਇਸ ਦੇ ਪ੍ਰਚਲਿਤ ਨਿਖੇਧਵਾਚੀ ਅਰਥਾਂ ਵਿੱਚ ਨਾ ਵਰਤਿਆ ਜਾਵੇ ਤਾਂ ਇਸ ਸਮੁੱਚੇ ਸਮਾਜੀ ਨਾਟਕ ਅੰਦਰ ਇੰਦਰਾ ਗਾਂਧੀ ਦੁਆਰਾ ਅਕਾਲੀ ਦਲ ਨੂੰ ਢਾਹ ਲਾਉਣ ਦੀ ਨੀਤ ਨਾਲ ਗਰਮ ਖਿਆਲੀ ਤੱਤਾਂ ਨੂੰ ਉਤਸ਼ਾਹਿਤ ਕਰਨ ਦੀ ਰਚੀ ਦੱਸੀ ਜਾਂਦੀ ਸਾਜ਼ਿਸ਼ ਦੀ ਭੂਮਿਕਾ ਬਹੁਤ ਹੀ ਸੁੰਗੜ ਕੇ ਰਹਿ ਜਾਂਦੀ ਹੈ। ਸਮੁੱਚੇ ਘਟਨਾਕ੍ਰਮ ਦੀ ਇਸ ਵਿਸ਼ਾਲ ਤਸਵੀਰ ਅੰਦਰ ਗਿਆਨੀ ਜੈਲ ਸਿੰਘ ਦੀ ਕਿਸੇ ਸਾਜ਼ਿਸ਼ ਜਾਂ ਚਾਲਬਾਜ਼ੀ ਦੀ ਔਕਾਤ ਇੱਕ ਕਮਸਮੈਲੇ ਬਿੰਦੂ ਤੋਂ ਵੱਧ ਨਹੀਂ ਰਹਿ ਜਾਂਦੀ। ਸਿਰਲੇਖ ਸਿੱਖ ਖਾੜਕੂਵਾਦ ਜਨਮ ਤੇ ਵਿਕਾਸ।
ਸਿੱਖ ਕੌਮ ਅੰਦਰ ਬੇਚੈਨੀ ਦੀ ਅੱਗ 1947 ਤੋਂ ਹੀ ਧੁਖਣ ਲੱਗ ਪਈ ਸੀ। ਸਿੱਖ ਸਮਾਜ ਦੇ ਅੱਡ-ਅੱਡ ਹਿੱਸੇ ਅੱਡ-ਅੱਡ ਮੌਕਿਆਂ ਤੇ ਹਿੰਦੂ ਗਲਬੇ ਦੀ ਅੱਡ-ਅੱਡ ਮਾਤਰਾ 'ਚ ਚੋਭ ਮਹਿਸੂਸ ਕਰਦੇ ਰਹੇ ਅਤੇ ਮੁੱਖ ਰੂਪ ਵਿੱਚ ਅਕਾਲੀ ਦਲ ਦੇ ਝੰਡੇ ਹੇਠ ਆਪਣੇ ਰੋਸ ਤੇ ਬੇਚੈਨੀ ਦਾ ਪ੍ਰਗਟਾਵਾ ਕਰਦੇ ਰਹੇ। 1978 ਦੀ ਵਿਸਾਖੀ ਦੇ ਖੂਨੀ ਕਾਂਡ ਤੋਂ ਬਾਅਦ ਹਿੰਦੂ ਹਾਕਮਾਂ ਦੀ ਫਿਰਕੂ ਸੋਚ ਤੇ ਮਾਨਸਿਕਤਾ 'ਚੋਂ ਉਪਜੇ ਇੱਕ ਤੋਂ ਬਾਅਦ ਦੂਜੇ ਅਮਲ ਨੇ ਅਤੇ ਪੰਜਾਬ ਦੇ ਹਿੰਦੂ ਵਰਗ ਦੀਆਂ ਉਸ ਦੀ ਸਿੱਖ ਦੁਸ਼ਮਣ ਜ਼ਹਿਨੀਅਤ 'ਚੋਂ ਨਿਕਲੀਆਂ ਫਿਰਕੂ ਹਰਕਤਾਂ ਨੇ ਸਿੱਖ ਭਾਵਨਾਵਾਂ ਨੂੰ ਨਿਰੰਤਰਤਾ ਦੇਣਾ ਜਾਰੀ ਰੱਖਿਆ, ਜਿਸ ਨਾਲ ਸਿੱਖ ਕੌਮ ਦਾ ਰੋਹ ਉਬਾਲੇ ਖਾ ਕੇ ਕਿਨਾਰਿਆਂ ਤੋਂ ਛਲਕਣ ਲੱਗਾ ਅਤੇ ਇਸ ਦੇ ਫਲਸਰੂਪ ਅਕਾਲੀ ਦਲ ਦੀ ਨਰਮ ਖਿਆਲੀ ਰਾਜਨੀਤੀ ਦਾ ਅਧੂਰਾਣਾ ਜੁਗਾੜ ਸਿਉਣਾ ਤੋਂ ਉੱਧੜਨ ਲੱਗਾ। ਇਉਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਅੰਦਰੋਂ ਹਿੰਦੂ ਰਾਜ ਪ੍ਰਬੰਧ ਦੇ ਵਿਰੁੱਧ ਗਰਮ ਮਿਜਾਜ ਰਾਜਨੀਤਿਕ ਚੁਣੌਤੀ ਦੇ ਉੱਭਰਨ ਤੇ ਵਿਕਸਣ ਦਾ ਅਮਲ ਸ਼ੁਰੂ ਹੋ ਗਿਆ। ਸੱਤਾ ਵਿੱਚ ਵਾਪਸ ਆਉਂਦਿਆਂ ਹੀ ਇੰਦਰਾ ਗਾਂਧੀ ਦੀ ਸਿੱਖ ਦੁਸ਼ਮਣੀ ਅੱਡ-ਅੱਡ ਰੂਪਾਂ 'ਚ ਪ੍ਰਗਟ ਹੋਣ ਲੱਗੀ। ਪੰਜਾਬ ਅੰਦਰ ਹੋਂਦ 'ਚ ਆਈ ਕਾਂਗਰਸ ਸਰਕਾਰ ਨੇ ਨਿਰੰਕਾਰੀਆਂ ਦਾ ਨੰਗਾ ਚਿੱਟਾ ਪੱਖ ਪੂਰਦਿਆਂ ਹੋਇਆਂ ਕਰਨਾਲ ਸੈਸ਼ਨ ਅਦਾਲਤ ਦੇ ਨਿਹੱਕੇ ਤੇ ਪੱਖਪਾਤੀ ਫੈਸਲੇ ਵਿਰੁੱਧ ਹਾਈ ਕੋਰਟ ਅੰਦਰ ਰਸਮੀ ਤੌਰ ਤੇ ਵੀ ਅਪੀਲ ਦਾਇਰ ਕਰਨੀ ਜ਼ਰੂਰੀ ਨਾ ਸਮਝੀ। ਕਰਨਾਲ ਅਦਾਲਤ ਦੇ ਫੈਸਲੇ ਨਾਲ ਸਿੱਖਾਂ ਦੇ ਮਨਾਂ ਅੰਦਰ ਹਿੰਦੂ ਹਾਕਮਾਂ ਵੱਲੋਂ ਇਨਸਾਫ ਦੇ ਅਮਲ ਨੂੰ ਸਿੱਖ ਵਿਰੋਧੀ ਮਰੋੜਾ ਦੇਣ ਬਾਰੇ ਜੋ ਸ਼ੰਕੇ ਪੈਦਾ ਹੋ ਗਏ, ਇਹ ਕਾਰਵਾਈ ਨਾਲ ਉਹ ਯਕੀਨ ਵਿੱਚ ਬਦਲ ਗਏ। ਜਦ ਹਾਕਮ ਸ਼੍ਰੇਣੀ ਅਦਾਲਤਾਂ ਦੇ ਫੈਸਲਿਆਂ ਨੂੰ ਕਿਸੇ ਵਰਗ ਵਿਸ਼ੇਸ਼ ਦੇ ਖਿਲਾਫ ਪ੍ਰਭਾਵਿਤ ਕਰਨ ਲੱਗ ਜਾਵੇ ਤਾਂ ਇਸ ਨਾਲ ਪੀੜਤ ਵਰਗ ਦਾ ਸਿਰਫ ਹਾਕਮਾਂ ਤੋਂ ਹੀ ਭਰੋਸਾ ਨਹੀਂ ਉੱਠ ਜਾਂਦਾ, ਸਗੋਂ ਉਸ ਦਾ ਸਮੁੱਚੇ ਰਾਜ ਪ੍ਰਬੰਧ ਤੋਂ ਹੀ ਮਨ ਖਟਾ ਹੋ ਜਾਂਦਾ ਹੈ। ਅਜਿਹੀ ਹਾਲਤ ਹੌਲੀ-ਹੌਲੀ ਪਰ ਯਕੀਨੀ ਰੂਪ 'ਚ ਆਨਿਆਂ ਦੇ ਸ਼ਿਕਾਰ ਵਰਗ ਅੰਦਰ ਬੇਗਾਨਗੀ ਤੇ ਅਲਹਿਦਗੀ ਦਾ ਅਹਿਸਾਸ ਪੈਦਾ ਕਰ ਦਿੰਦੀ ਹੈ। ਇਹ ਅਹਿਸਾਸ ਵੱਧ ਫੁੱਲ ਕੇ ਖੁਦ ਮੁਖਤਿਆਰੀ ਤੇ ਸੁਤੰਤਰਤਾ ਦੇ ਜਜ਼ਬੇ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਨਿਰੰਕਾਰੀ ਕਾਂਡ ਨਾਲ ਜੁੜੇ ਸਮੁੱਚੇ ਘਟਨਾਕ੍ਰਮ ਨੇ ਸਿੱਖ ਕੌਮ ਅੰਦਰ ਅਜਿਹਾ ਜਜ਼ਬਾ ਪੈਦਾ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਇਆ। ਸਿੱਖਾਂ ਦੇ ਮਨਾਂ ਅੰਦਰ ਹਿੰਦੂ ਹਾਕਮਾਂ ਪ੍ਰਤੀ ਸ਼ੱਕ, ਰੋਸੇ, ਉਲਾਂਭੇ ਤੇ ਬੇਭਰੋਸਗੀ ਦੇ ਭਾਵ ਪਹਿਲਾਂ ਹੀ ਬਥੇਰੇ ਜਮ੍ਹਾਂ ਹੋ ਚੁੱਕੇ ਸਨ, ਪਰ ਨਿਰੰਕਾਰੀ ਕਾਂਡ ਦੇ ਮਾਮਲੇ 'ਚ ਉਹਨਾਂ ਨੂੰ ਰਾਜਨੀਤਿਕ, ਪ੍ਰਸ਼ਾਸਨਿਕ ਤੇ ਕਾਨੂੰਨ ਦੀ ਪੱਧਰ ਤੱਕ ਜਿਸ ਨੰਗੀ ਨਫ਼ਰਤਦਾਰੀ, ਬੇਇਨਸਾਫੀ ਤੇ ਮੰਦਭਾਵਨਾ ਦਾ ਸਵਾਦ ਚੱਖਣ ਨੂੰ ਮਿਲਿਆ, ਉਸ ਨਾਲ ਉਹਨਾਂ ਦਾ ਭਾਰਤ ਦੇ ਸਮੁੱਚੇ ਰਾਜਸੀ ਢਾਂਚੇ ਤੋਂ ਹੀ ਮੋਹ ਭੰਗ ਹੋ ਤੁਰਿਆ। ਇੱਥੇ ਹੀ ਰਵਾਇਤੀ ਅਕਾਲੀ ਰਾਜਨੀਤੀ ਤੇ ਅਕਾਲੀ ਲੀਡਰਸ਼ਿਪ ਦੀਆਂ ਵਜੂਦ ਸਮੋਈਆਂ ਸੀਮਤਾਈਆਂ ਵੀ ਪ੍ਰਗਟ ਹੋਣ ਲੱਗੀਆਂ। ਅਕਾਲੀ ਰਾਜਨੀਤੀ ਅਲੱਗ ਕਿਸਮ ਦੀਆਂ ਹਾਲਤਾਂ ਵਿੱਚ ਜਨਮੀ ਤੇ ਪ੍ਰਵਾਨ ਚੜ੍ਹੀ ਸੀ। ਬਰਤਾਨਵੀ ਰਾਜ ਦੌਰਾਨ ਅਕਾਲੀ ਲੀਡਰਸ਼ਿਪ ਦਾ ਮੁੱਖ ਸਰੋਕਾਰ ਬਰਤਾਨਵੀ ਹਕੂਮਤ ਕੋਲੋਂ ਸਿੱਖ ਭਾਈਚਾਰੇ ਲਈ ਵਧੇਰੇ ਰਿਆਇਤਾਂ ਤੇ ਸਹੂਲਤਾਂ ਹਾਸਲ ਕਰਨਾ ਬਣਿਆ ਰਿਹਾ, ਜਿੱਥੇ ਮੁਸਲਿਮ ਲੀਡਰਸ਼ਿਪ ਮੁਸਲਿਮ ਭਾਈਚਾਰੇ ਨੂੰ ਇੱਕ ਘੱਟ ਗਿਣਤੀ ਵਰਗ ਨਾਲੋਂ ਵੱਧ ਇੱਕ ਵੱਖਰੀ ਕੌਮ ਤਸੱਵਰ ਕਰਦੇ ਉਸ ਦੀ ਖੁਦ ਮੁਖਤਿਆਰੀ ਦਾ ਨਾਅਰਾ ਬੁਲੰਦ ਕਰਦੀ ਸੀ, ਉੱਥੇ ਅਕਾਲੀ ਲੀਡਰਸ਼ਿਪ ਇੱਕ ਘੱਟ ਗਿਣਤੀ ਵਰਗ ਵਜੋਂ ਸਿੱਖ ਭਾਈਚਾਰੇ ਦੀ ਸਵੈ ਰੱਖਿਆ ਦੀ ਲੜਾਈ ਲੜਦੀ ਰਹੀ। ਆਜ਼ਾਦੀ ਤੋਂ ਬਾਅਦ ਵੀ ਉਸ ਦਾ ਬੁਨਿਆਦੀ ਰਾਜਨੀਤਿਕ ਪੈਂਤੜਾ ਇਹੋ ਰਿਹਾ
ਇਹ ਉਹ ਭਾਰਤ ਰਾਜ ਪ੍ਰਬੰਧ ਦੇ ਅੰਦਰ ਹੀ ਸਿੱਖਾਂ ਲਈ ਇੱਕ ਘੱਟ ਗਿਣਤੀ ਭਾਈਚਾਰੇ ਵਾਲਾ ਸਨਮਾਨਯੋਗ ਥਾਂ ਅਤੇ ਰੁਤਬਾ ਹਾਸਲ ਕਰਨ ਦੇ ਯਤਨਾਂ ਵਿੱਚ ਮਸਰੂਫ ਰਹੀ। ਇਸ ਮਕਸਦ ਲਈ ਉਸਨੇ ਕਾਂਗਰਸੀ ਹਾਕਮਾਂ ਖਿਲਾਫ ਨਿਰੰਤਰ ਦ੍ਰਿੜ ਸੰਘਰਸ਼ ਜਾਰੀ ਰੱਖਿਆ। ਇਸ ਅਮਲ ਦੌਰਾਨ ਉਸ ਦਾ ਕਾਂਗਰਸੀ ਹਾਕਮਾਂ ਤੋਂ ਜ਼ਰੂਰ ਮਨ ਖਟਾ ਹੋ ਗਿਆ, ਪਰ ਉਸ ਦਾ ਭਾਰਤ ਦੇ ਰਾਜਸੀ ਢਾਂਚੇ ਤੋਂ ਮੋਹ ਭੰਗ ਨਹੀਂ ਹੋਇਆ। ਮਸਲਨ ਜੇ ਉਸ ਦਾ ਕਾਂਗਰਸੀ ਹਾਕਮਾਂ ਤੋਂ ਭਰੋਸਾ ਉੱਠ ਗਿਆ ਤਾਂ ਭਾਰਤ ਦੇ ਗੈਰ ਕਾਂਗਰਸੀ ਹਿੰਦੂ ਰਾਜਸੀ ਦਲਾਂ ਤੇ ਆਗੂਆਂ ਵਿੱਚ ਉਸ ਦਾ ਵਿਸ਼ਵਾਸ ਜਿਉਂ ਦੀ ਤਿਉਂ ਬਣਿਆ ਰਿਹਾ। ਅਕਾਲੀ ਆਗੂਆਂ ਨੂੰ ਕਦੇ ਇਸ ਤੇ ਕਦੇ ਉਸ ਹਿੰਦੂ ਆਗੂ ਕੋਲੋਂ ਇਨਸਾਫ ਮਿਲਣ ਦੀਆਂ ਆਸਾਂ ਵੱਧਦੀਆਂ ਰਹੀਆਂ, ਭਾਵੇਂ ਉਹਨਾਂ ਦੀਆਂ ਇਹ ਆਸਾਂ ਅਕਸਰ ਹੀ ਚਕਨਾਚੂਰ ਹੋ ਜਾਂਦੀਆਂ ਰਹੀਆਂ ਅਤੇ ਇਸ ਸਦਕਾ ਉਹਨਾਂ ਨੂੰ ਵਾਰ-ਵਾਰ ਅੰਤਾਂ ਦੀ ਨਮੋਸ਼ੀ ਵੀ ਝੱਲਣੀ ਪੈਂਦੀ ਰਹੀ। ਪਰ ਕਈ ਮੌਕਿਆਂ ਤੇ ਉਦਾਸ ਹੋ ਜਾਣ ਦੇ ਬਾਵਜੂਦ ਉਹ ਕਦੇ ਵੀ ਬੇਆਸ ਨਹੀਂ ਹੋਏ। ਹਰ ਵਾਰ ਕਿਸੇ ਨਵੇਂ ਹਿੰਦੂ ਰਾਜਸੀ ਦਲ ਗੱਠਜੋੜ ਜਾਂ ਆਗੂ ਉੱਤੇ ਡਿੱਝ ਜਾਣਾ ਉਹਨਾਂ ਦਾ ਸਦੀਵੀ ਰਾਜਨੀਤਿਕ ਦਸਤੂਰ ਬਣਿਆ ਰਿਹਾ। ਜੇ ਕਿਸੇ ਮੌਕੇ ਉਹ ਵਕਤੀ ਤੌਰ ਤੇ ਸਮੁੱਚੇ ਹਿੰਦੂ ਰਾਜਸੀ ਵਰਗ ਤੋਂ ਬਦਜਨ ਵੀ ਹੋ ਗਏ ਤਾਂ ਭਾਰਤੀ ਰਾਜ ਪ੍ਰਬੰਧ ਦੇ ਹੋਰਨਾਂ ਅੰਗਾਂ ਵਿੱਚ ਉਹਨਾਂ ਦੇ ਵਿਸ਼ਵਾਸ ਤੇ ਸ਼ਰਧਾ ਨੂੰ ਆਂਚ ਨਹੀਂ ਆਈ। ਇਸ ਤਰ੍ਹਾਂ ਭਾਰਤੀ ਰਾਜ ਪ੍ਰਬੰਧ ਦੇ ਇੱਕ ਅੰਗ ਹੱਥੋਂ ਅਨਿਆਂ ਦਾ ਸ਼ਿਕਾਰ ਹੋ ਜਾਣ ਤੇ ਉਹ ਇਸੇ ਹੀ ਰਾਜ ਪ੍ਰਬੰਧ ਦੇ ਹੋਰਨਾਂ ਅੰਗਾਂ ਕੋਲ ਇਨਸਾਫ ਮਿਲਣ ਦੀਆਂ ਉਮੀਦਾਂ ਦਾ ਦਾਮਨ ਫੜ ਕੇ ਚੱਲਦੇ ਰਹੇ। ਨਿਰੰਕਾਰੀ ਕਾਂਡ ਤੋਂ ਬਾਅਦ ਉੱਧੜ ਤੁਰੇ ਰਾਜਨੀਤਿਕ ਘਟਨਾਕ੍ਰਮ ਨਾਲ ਉਹਨਾਂ ਨੂੰ ਇਹ ਦਾਮਨ ਖਿਸਕਦਾ ਪ੍ਰਤੀਤ ਹੋਣ ਲੱਗਾ। ਜੇਕਰ ਅਦਾਲਤ ਵੱਲੋਂ ਅੰਮ੍ਰਿਤਸਰ ਦੇ ਖੂਨੀ ਸਾਕੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਤਾਂ ਸਿੱਖ ਹਿਰਦਿਆਂ ਅੰਦਰ ਬਹੁਤੀ ਨਹੀਂ ਤਾਂ ਥੋੜੀ ਠੰਡ ਜ਼ਰੂਰ ਵਰਤ ਜਾਣੀ ਸੀ। ਪਰ ਜਦ ਦੇਸ਼ ਦੇ ਹਾਕਮ ਵਰਗ ਤੇ ਮੁਲਕ ਦੇ ਕਾਨੂੰਨੀ ਢਾਂਚੇ ਨੇ ਸਿੱਖਾਂ ਨੂੰ ਨਿਆਂ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤਾਂ ਉਹਨਾਂ ਦੇ ਸਾਹਮਣੇ ਇੱਕ ਨਵੀਂ ਤੇ ਵੱਧ ਕਠੋਰ ਸਥਿਤੀ ਪੈਦਾ ਹੋ ਗਈ। ਉਹ ਅਪੀਲ ਕਰਨ ਤਾਂ ਕਿਸ ਦੇ ਅੱਗੇ ਕਰਨ, ਉਹ ਦੁੱਖ ਰੋਣ ਤਾਂ ਕਿਸ ਦੇ ਅੱਗੇ ਰੋਣ। ਜਦ ਦੇਸ਼ ਦੇ ਅੰਦਰ ਸਿੱਖ ਕੌਮ ਦੀ ਗੱਲ ਨੂੰ ਹਮਦਰਦੀ ਤੇ ਇਨਸਾਫ ਦੀ ਭਾਵਨਾ ਨਾਲ ਸੁਣਨ ਵਾਲਾ ਕੋਈ ਉਚੇਰਾ ਅਧਿਕਾਰੀ ਜਾਂ ਅਦਾਰਾ ਨਾ ਰਿਹਾ ਤਾਂ ਉਸ ਦੇ ਸਾਹਮਣੇ ਵੀ ਨਵੀਂ ਹਾਲਤ ਦੇ ਸਨਮੁਖ ਨਵੇਂ ਢੁਕਵੇਂ ਪੈਂਤੜੇ ਦੀ ਚੋਣ ਕਰਨ ਦਾ ਮਸਲਾ ਆਣ ਖੜਾ ਹੋਇਆ। ਅਜਿਹੀ ਸਥਿਤੀ ਵਿੱਚ ਕੋਈ ਵਰਗ ਕਿਹੋ ਜਿਹਾ ਪ੍ਰਤੀਕਰਮ ਪ੍ਰਗਟਾਉਂਦਾ ਹੈ, ਇਹ ਵਰਗ ਤੇ ਅਤੇ ਹਾਲਤ ਤੇ ਨਿਰਭਰ ਕਰਦਾ ਹੈ। ਇੱਕ ਦੱਬੂ ਤੇ ਘੱਟ ਲੜਾਕੂ ਵਰਗ ਦਾ ਪ੍ਰਤੀਕਰਮ ਕਿਸੇ ਖੁਦਦਾਰ ਤੇ ਜੰਗਜੂ ਕੌਮ ਨਾਲੋਂ ਯਕੀਨਨ ਹੀ ਵੱਖਰਾ ਹੋਵੇਗਾ। ਨਾਲ ਹੀ ਉਸ ਵਿਸ਼ੇਸ਼ ਮੌਕੇ ਸੰਬੰਧਿਤ ਵਰਗ ਦੀ ਚੇਤਨਾ ਤੇ ਲੀਡਰਸ਼ਿਪ ਦੀ ਤਸਵੀਰ ਵੀ ਪ੍ਰਤੀਕਰਮ ਉੱਤੇ ਆਪਣਾ ਬਰਾਬਰ ਪ੍ਰਭਾਵ ਛੱਡਦੀ ਹੈ। ਪਰ ਫਿਰ ਵੀ ਕਿਸੇ ਆਗੂ ਵਿਸ਼ੇਸ਼ ਦੀ ਸੋਚ ਜਾਂ ਇੱਛਾ ਨਾਲੋਂ ਸੰਬੰਧਿਤ ਕੌਮ ਦਾ ਮੂਲ ਖਾਸਾ ਸੁਭਾਅ, ਇਤਿਹਾਸ ਤੇ ਵਿਰਸਾ ਪ੍ਰਤੀਕਰਮ ਉੱਤੇ ਵੱਧ ਨਿਰਣਾਕਾਰੀ ਪ੍ਰਭਾਵ ਪਾਉਂਦਾ ਹੈ। ਜੇਕਰ ਕੋਈ ਆਗੂ ਇਹਨਾਂ ਬਾਹਰਮੁਖੀ ਪੱਖਾਂ ਨੂੰ ਅਣਡਿੱਠ ਕਰਕੇ ਜਾਂ ਇਹਨਾਂ ਦੀ ਉਲੰਘਣਾ ਕਰਕੇ ਕੌਮ ਉੱਤੇ ਆਪਣਾ ਕੋਈ ਆਪ ਮਤਾ ਫੈਸਲਾ ਮੜਨ ਦੀ ਗੁਸਤਾਖੀ ਕਰਦਾ ਹੈ ਤਾਂ ਉਸ ਨੂੰ ਲਾਜ਼ਮੀ ਇਤਿਹਾਸ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੀ ਸੰਕਟਮਈ ਸਥਿਤੀ ਵਿੱਚ ਮਜ਼ਲੂਮ ਵਰਗ ਦੇ ਅੰਦਰ ਰਾਜਨੀਤਿਕ ਪਾਲਾਬੰਦੀ ਦਾ ਅਮਲ ਵੀ ਵੱਧ ਪ੍ਰਚੰਡ ਹੋ ਜਾਂਦਾ ਹੈ ਅਤੇ ਅਲੱਗ-ਅਲੱਗ ਰਾਜਸੀ ਰੁਝਾਨਾਂ ਤੇ ਇਹਨਾਂ ਦੀ ਸਰਪ੍ਰਸਤੀ ਕਰਨ ਵਾਲੀਆਂ ਰਾਜਸੀ ਧਿਰਾਂ ਵਿਚਕਾਰ ਕਸ਼ਮਕਸ਼ ਚਰਮ ਸੀਨਾ ਉੱਤੇ ਪਹੁੰਚ ਜਾਂਦੀ ਹੈ। ਵਿਚਾਰ ਅਧੀਨ ਦੌਰ ਅੰਦਰ ਸਿੱਖ ਕੌਮ ਨੂੰ ਇਹ ਸਾਰਾ ਰਾਜਨੀਤਿਕ ਅਮਲ ਹੰਢਾਉਣਾ ਪਿਆ। ਸਿਰਲੇਖ ਨਿਰੰਕਾਰੀ ਮੁਖੀ ਦਾ ਕਤਲ। ਇੱਕ ਮਾਣਮੱਤੀ ਤੇ ਜੰਗਜੂ ਕੌਮ ਹੋਣ ਦੇ ਨਾਤੇ ਸਿੱਖ ਕੌਮ ਇਸ ਅਨਿਆਂ ਤੇ ਅਪਮਾਨ ਨੂੰ ਦੱਬੂ ਬਣ ਕੇ ਬਰਦਾਸ਼ਤ ਜਾਂ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦੀ। ਸੰਤ ਜਰਨੈਲ ਸਿੰਘ ਦੀ ਉਕਸਾਹਟ ਕਰਕੇ ਨਹੀਂ, ਸਗੋਂ ਆਪਣੇ ਮੂਲ ਸੁਭਾਅ, ਇਤਿਹਾਸ ਤੇ ਵਿਰਸੇ ਦੀ ਵਜ੍ਹਾ ਕਰਕੇ ਹੀ ਸਿੱਖ ਕੌਮ ਅੰਦਰ ਰੋਹ ਭਰਿਆ ਪ੍ਰਤੀਕਰਮ ਪੈਦਾ ਹੋਣਾ ਸੁਭਾਵਿਕ ਸੀ। ਹਾਂ, ਇਹ ਰੋਹ ਕਿਹੋ ਜਿਹੀ ਸ਼ਕਲ ਵਿੱਚ ਪ੍ਰਗਟ ਹੁੰਦਾ,
ਇਸ ਦਾ ਨਿਰਣਾ ਕਿਸੇ ਇੱਕ ਵੱਧ ਪੱਖ ਫੈਕਟਰ ਤੋਂ ਨਹੀਂ, ਕਈ ਪੱਖਾਂ ਦੇ ਰਲਵੇਂ ਤੇ ਮੇਲਵੇਂ ਪ੍ਰਭਾਵ ਤੋਂ ਹੋਣਾ ਸੀ। ਇਤਿਹਾਸ ਅੰਦਰ ਅਕਸਰ ਇਹ ਵਾਪਰਦਾ ਰਿਹਾ ਹੈ ਕਿ ਸਿੱਖ ਕੌਮ ਨੂੰ ਜਦ ਵੀ ਵਹਿਸ਼ੀ ਜ਼ਬਰ ਤੇ ਨਿਰਾਦਰੀ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਹ ਉਸ ਅੰਦਰਲਾ ਗੈਰਤਮੰਦ ਮਾਦਾ ਅਕਸਰ ਜਰਵਾਣੀ ਧਿਰ ਨਾਲ ਹਿੰਸਕ ਟੱਕਰ ਵਿੱਚ ਉਲਝ ਜਾਂਦਾ ਰਿਹਾ ਹੈ। ਹਰ ਵੱਡੀ ਚੋਭ ਸਿੱਖ ਕੌਮ ਅੰਦਰਲੇ ਜੋਸ਼ੀਲੇ ਤੱਤਾਂ ਨੂੰ ਬਦਲਾ ਲੈਣ ਲਈ ਉਕਸਾਉਂਦੀ ਰਹੀ ਹੈ। ਬਦਲੇ ਦੀ ਪ੍ਰਵਿਰਤੀ ਸਿੱਖ ਖਾੜਕੂ ਸੁਭਾਅ ਤੇ ਸੱਭਿਆਚਾਰ ਅੰਦਰ ਗੌਰਵਸ਼ਾਲੀ ਸਥਾਨ ਹਾਸਲ ਕਰ ਗਈ ਹੈ। ਇਸ ਕਰਕੇ ਪੰਜਾਬ ਪ੍ਰਸ਼ਾਸਨ ਦੁਆਰਾ ਨਿਰੰਕਾਰੀ ਕਾਂਡ ਦੇ ਦੋਸ਼ੀਆਂ ਖਿਲਾਫ ਹਾਈ ਕੋਰਟ ਚੋਂ ਮੁਕੱਦਮਾ ਵਾਪਸ ਲਏ ਜਾਣ ਦੇ ਕੁਝ ਹੀ ਦਿਨਾਂ ਬਾਅਦ ਜਦ 24 ਅਪ੍ਰੈਲ 1980 ਦੀ ਰਾਤ ਨੂੰ ਇੱਕ ਸਿੱਖ ਨੌਜਵਾਨ ਨੇ ਬਾਬਾ ਗੁਰਬਚਨ ਸਿੰਘ ਨੂੰ ਉਸ ਦੀ ਨਿਰੰਕਾਰੀ ਕਲੋਨੀ ਵਿਚਲੀ ਰਿਹਾਇਸ਼ ਗਾਹ ਉੱਤੇ ਕਾਰ ਤੋਂ ਉਤਰਦੇ ਨੂੰ ਹੀ ਗੋਲੀਆਂ ਨਾਲ ਭੁੰਨ ਦਿੱਤਾ ਤਾਂ ਸਿੱਖ ਕੌਮ ਦੇ ਵੱਡੇ ਹਿੱਸਿਆਂ ਅੰਦਰ ਖੁਸ਼ੀ ਤੇ ਮਾਣ ਦੀ ਲਹਿਰ ਦੌੜ ਗਈ। ਜੇਕਰ ਅਦਾਲਤ ਨੇ ਅੰਮ੍ਰਿਤਸਰ ਕਾਂਡ ਦੇ ਦੋਸ਼ੀਆਂ ਨੂੰ ਦਿਖਾਵੇ ਵਜੋਂ ਹੀ ਥੋੜੀ ਬਹੁਤੀ ਸਜ਼ਾ ਸੁਣਾ ਦਿੱਤੀ ਹੁੰਦੀ, ਜਾਂ ਜੇਕਰ ਅੰਮ੍ਰਿਤਸਰ ਕਾਂਡ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਹਿੰਦੂ ਸ਼ਕਤੀਆਂ ਨੇ ਥੋੜਾ ਜਿਹਾ ਵੀ ਸੰਕੋਚ, ਸੰਜੀਦਗੀ ਤੇ ਸੂਝ ਸਿਆਣਪ ਤੋਂ ਕੰਮ ਲਿਆ ਹੁੰਦਾ ਤਾਂ ਅਵਲ ਇਹ ਕਤਲ ਹੋਣਾ ਹੀ ਨਹੀਂ ਸੀ, ਅਤੇ ਜੇਕਰ ਹੋ ਵੀ ਜਾਂਦਾ ਤਾਂ ਇਸ ਨੂੰ ਏਡੀ ਨੈਤਿਕ ਵਾਜਬੀਅਤ ਨਹੀਂ ਸੀ ਮਿਲਣੀ ਅਤੇ ਇਸ ਨੇ ਸਿੱਖ ਕੌਮ ਉੱਤੇ ਇੰਨਾ ਉਤਸ਼ਾਹੀ ਪ੍ਰਭਾਵ ਵੀ ਨਹੀਂ ਸੀ ਛੱਡ ਸਕਣਾ। ਪਰ ਇਹ ਜੇਕਰ ਇੱਕ ਬਹੁਤ ਵੱਡੀ ਬਦਸ਼ਗਨੀ ਬਣ ਕੇ ਰਹਿ ਗਈ ਹੈ। ਅਸਲ ਵਿੱਚ ਇਸ ਜੇਕਰ ਦੇ ਅੰਦਰ ਹੀ ਉਹ ਕੁਲੈਣਾ ਸੱਚ ਤੇ ਤਰਕ ਸਮੋਇਆ ਹੋਇਆ ਹੈ ਜਿਸ ਨੇ ਪੰਜਾਬ ਨੂੰ ਅਗਲੇ ਲਗਭਗ 1.5 ਦਹਾਕੇ ਤੱਕ ਹਿੰਸਾ ਦੀ ਅੱਗ ਨਾਲ ਲੂਹ ਕੇ ਰੱਖ ਦਿੱਤਾ। ਨਿਰੰਕਾਰੀ ਮੁਖੀ ਦਾ ਕਤਲ ਯਕੀਨਨ ਹੀ ਭਾਰਤ ਦੀ ਹਿੰਦੂ ਹੁਕਮਰਾਨ ਵਰਗ ਤੇ ਹਿੰਦੂ ਤਾਕਤਾਂ ਦੀ ਸਿੱਖ ਦੁਸ਼ਮਣ ਸੋਚ ਤੇ ਫਿਰਕੂ ਜ਼ਹਿਨੀਅਤ ਦਾ ਨਤੀਜਾ ਸੀ। ਇਸ ਕਤਲ ਤੋਂ ਬਾਅਦ ਸਿੱਖ ਦੁਸ਼ਮਣੀ ਦੇ ਜਨੂਨ ਨੇ ਹਿੰਦੂ ਹਾਕਮਾਂ ਦੀ ਅਕਲ ਉੱਤੇ ਜਹਾਲਤ ਦਾ ਹੋਰ ਵੀ ਗਾੜਾ ਲੇਪ ਚਾੜ ਦਿੱਤਾ ਅਤੇ ਉਹਨਾਂ ਨੇ ਸਿੱਖ ਬੇਚੈਨੀ ਨੂੰ ਨਿਰੋਲ ਅਮਨ ਤੇ ਕਾਨੂੰਨ ਦੀ ਸਮੱਸਿਆ ਵਜੋਂ ਦੇਖਣ ਤੇ ਇਸ ਸੰਗ ਵਹਿਸ਼ੀ ਤੌਰ ਤਰੀਕਿਆਂ ਨਾਲ ਨਜਿੱਠਣ ਦੀ ਹੂੜਮਤੀ ਸੇਧ ਅਖਤਿਆਰ ਕਰ ਲਈ। ਇਸ ਕਤਲ ਰਾਹੀਂ ਪ੍ਰਗਟ ਹੋਏ ਸਿੱਖ ਭਾਵਾਂ ਨੂੰ ਸਮਝਣ ਤੇ ਉਹਨਾਂ ਦੀ ਗਹਿਰਾਈ ਨੂੰ ਮਾਪਣ ਦਾ ਉੱਕਾ ਹੀ ਕੋਈ ਯਤਨ ਨਾ ਕੀਤਾ ਗਿਆ। ਜਿਨ੍ਹਾਂ ਹਿੰਦੂ ਹਲਕਿਆਂ ਨੇ ਅੰਮ੍ਰਿਤਸਰ ਤੇ ਕਾਨਪੁਰ ਦੇ ਵਹਿਸ਼ੀ ਕਾਂਡ ਮੌਕੇ ਮੂੰਹੋਂ ਉਫ ਤੱਕ ਨਹੀਂ ਸੀ ਕੀਤੀ, ਨਿਰੰਕਾਰੀ ਮੁਖੀ ਦੇ ਕਤਲ ਤੇ ਉਹਨਾਂ ਨੂੰ ਦੁਹੱਥੜੀ ਪਿੱਟਣਾ ਸ਼ੁਰੂ ਕਰ ਦਿੱਤਾ। ਹਿੰਦੂ ਪ੍ਰੈਸ ਤੇ ਫਿਰਕੂ ਸ਼ਕਤੀਆਂ ਨੇ ਇਸ ਕਤਲ ਦੀ ਆੜ ਲੈ ਕੇ ਸਿੱਖ ਕੌਮ ਵਿਰੁੱਧ ਫਿਰਕੂ ਨਫ਼ਰਤ ਤੇ ਜ਼ਹਿਰ ਦਾ ਛਿੜਕਾਅ ਹੋਰ ਜ਼ੋਰ ਨਾਲ ਛਿੜਕਣਾ ਸ਼ੁਰੂ ਕਰ ਦਿੱਤਾ। ਸੰਤ ਜਰਨੈਲ ਸਿੰਘ ਨੂੰ ਇਸ ਕਤਲ ਦੇ ਮੁਕੱਦਮੇ 'ਚ ਫਾਹੁਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਗਈਆਂ। CBI ਨੇ 5 ਮਈ ਨੂੰ ਸੰਤਾਂ ਕੋਲੋਂ ਇਸ ਕਤਲ ਬਾਰੇ ਕਈ ਘੰਟਿਆਂ ਤੱਕ ਭਰਵੀਂ ਪੁੱਛਗਿੱਛ ਕੀਤੀ। ਕੋਈ ਵੀ ਸਬੂਤ ਨਾ ਮਿਲਣ ਕਰਕੇ ਭਾਵੇਂ ਸੰਤ ਜਰਨੈਲ ਸਿੰਘ ਨੂੰ ਇਸ ਕੇਸ ਵਿੱਚ ਫਸਾਉਣ ਦੀ ਕਾਨੂੰਨੀ ਤਰਕੀਬ ਤਾਂ ਸਿਰੇ ਨਾ ਚੜ ਸਕੀ, ਪਰ ਹਿੰਦੂ ਪ੍ਰੈਸ ਨੇ ਉਹਨਾਂ ਸਿਰ ਇਹ ਕਤਲ ਦਾ ਦੋਸ਼ ਮੜਨ ਅਤੇ ਆਪਣੀ ਵੱਲੋਂ ਇਸ ਦੀ ਸਜ਼ਾ ਐਲਾਨਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ। ਹਿੰਦੂ ਸ਼ਕਤੀਆਂ ਦੇ ਇਸ ਦੋਗਲੇ ਅਤੇ ਅੱਤ ਦਰਜੇ ਦੇ ਮੰਦਭਾਵੀ ਵਤੀਰੇ ਨੇ ਸਿੱਖਾਂ ਦੇ ਮਨਾਂ ਉੱਤੇ ਬਹੁਤ ਭੈੜਾ ਅਸਰ ਛੱਡਿਆ। ਇਸ ਚੋਂ ਉਹਨਾਂ ਨੂੰ ਦਵੈਸ਼ ਤੇ ਬੇਈਮਾਨੀ ਦੀ ਤਿੱਖੀ ਦੁਰਗੰਧ ਮਹਿਸੂਸ ਹੋਈ। ਇਸ ਦੇ ਨਾਲ ਹੀ ਸਿੱਖ ਸੰਘਰਸ਼ ਦੇ ਤੇ ਸਿੱਖ ਰਾਜਨੀਤੀ ਉੱਤੇ ਵੀ ਇਸ ਕਤਲ ਦੇ ਗਹਿਰੇ ਤੇ ਦੂਰ ਰਸ ਪ੍ਰਭਾਵ ਪ੍ਰਗਟ ਹੋਣ ਲੱਗੇ। ਇਹ ਕਤਲ ਕਿਸੇ ਵੀ ਲਿਹਾਜ਼ ਨਾਲ ਕੋਈ ਇਤਫਾਕੀਆ ਘਟਨਾ ਨਹੀਂ ਸੀ। ਇਹ ਹਿੰਦੂ ਹਾਕਮਾਂ ਦੀਆਂ ਸਿੱਖ ਦੁਸ਼ਮਣ ਨੀਤੀਆਂ ਤੇ ਅਮਲਾਂ ਦੇ ਖਿਲਾਫ ਸਿੱਖਾਂ ਦੇ ਮਨਾਂ ਅੰਦਰ ਚਿਰਾਂ ਤੋਂ ਜਮ੍ਹਾਂ ਹੋ ਰਹੇ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਸੀ। ਪਰ ਇਹ ਪ੍ਰਗਟਾਵਾ ਅਚੇਤ ਜਾਂ ਆਪ ਮੁਹਾਰਾ ਨਹੀਂ ਸੀ। ਇਹ ਸਿੱਖ ਸੁਭਾਅ ਦੀ ਇੱਕ ਵਿਸ਼ੇਸ਼ ਪ੍ਰਵਿਰਤੀ, ਇਨਸਾਫ ਤੇ ਬਦਲੇ ਦੀ ਪ੍ਰਬਲ ਭਾਵਨਾ ਚੋਂ ਨਿਕਲਿਆ ਸੁਚੇਤ ਜਵਾਬੀ ਪੈਂਤੜਾ ਸੀ।
ਇਸ ਕਰਕੇ ਇਸ ਦੇ ਅਸਰ ਸੀਮਤ ਤੇ ਆਰਜੀ ਸੁਭਾਅ ਵਾਲੇ ਨਹੀਂ ਸਨ ਹੋ ਸਕਦੇ। ਇਸ ਚੋਂ ਸਿੱਖ ਕੌਮ ਅੰਦਰ ਪ੍ਰਗਟ ਹੋ ਰਹੀ ਨਵੀਂ ਕਿਸਮ ਦੀ ਰਾਜਨੀਤਿਕ ਸੋਚਣੀ ਅਤੇ ਸਿੱਖ ਸੰਘਰਸ਼ ਅੰਦਰ ਪ੍ਰਫੁੱਲਤ ਹੋ ਰਹੇ ਖਾੜਕੂ ਰੁਝਾਨ ਦੇ ਆਰੰਭਕ ਲੱਛਣ ਸਾਫ਼ ਪੜ੍ਹੇ ਜਾ ਸਕਦੇ ਸਨ। ਇਸ ਕਰਕੇ ਸਿੱਖ ਪੰਥ ਅੰਦਰਲੇ ਉਹ ਵਰਗ ਜਿਨ੍ਹਾਂ ਦਾ ਨਾ ਸਿਰਫ ਭਾਰਤੀ ਰਾਜ ਪ੍ਰਬੰਧ ਤੋਂ ਮੋਹ ਭੰਗ ਨਹੀਂ ਸੀ ਹੋ ਗਿਆ, ਸਗੋਂ ਉਹ ਇਸ ਪ੍ਰਬੰਧਕ ਅੰਦਰ ਜਾਂ ਇਸ ਪ੍ਰਬੰਧ ਅੰਦਰ ਆਰਥਿਕ ਤੇ ਸਮਾਜੀ ਰਾਜਨੀਤਿਕ ਦ੍ਰਿਸ਼ਟੀ ਤੋਂ ਚੰਗੀਆਂ ਸੁੱਖ ਸਹੂਲਤਾਂ ਮਾਣ ਰਹੇ ਸਨ, ਇਸ ਰੁਝਾਨ ਤੋਂ ਇੱਕਦਮ ਸਾਵਧਾਨ ਹੋ ਗਏ। ਉਹਨਾਂ ਦਾ ਇਹ ਪ੍ਰਤੀਕਰਮ ਸੁਭਾਵਿਕ ਸੀ ਅਤੇ ਸੌਖ ਨਾਲ ਹੀ ਸਮਝ ਵਿੱਚ ਆਉਣ ਵਾਲਾ ਸੀ। ਭਾਰਤੀ ਹਾਕਮਾਂ ਨਾਲ ਤਿੱਖੇ ਟਕਰਾਓ ਦੀ ਰਾਜਨੀਤੀ ਨਾ ਤਾਂ ਉਹਨਾਂ ਦੇ ਆਰਥਿਕ ਤੇ ਰਾਜਸੀ ਹਿੱਤਾਂ ਨੂੰ ਰਾਸ ਬਹਿੰਦੀ ਹੈ ਤੇ ਨਾ ਹੀ ਉਹਨਾਂ ਦੀ ਸੁਭਾਵੀ ਬਣਤਰ ਤੇ ਵਿਚਾਰਧਾਰਾ ਦੇ ਅਨੁਕੂਲ ਹੈ। ਉਹ ਆਮ ਰੂਪ ਵਿੱਚ ਹੀ ਸਮਝੌਤੇ ਤੇ ਟਿਕ ਟਕਾ ਦੇ ਹਾਮੀ ਹਨ। ਆਪਣੇ ਨਿਵੇਕਲੇ ਵਰਗ ਚਰਿੱਤਰ ਕਰਕੇ ਉਹਨਾਂ ਲਈ ਅਪਮਾਨ ਤੇ ਸਵੈਮਾਨ ਵਰਗੀਆਂ ਗੱਲਾਂ ਮਾਦੀ ਸਵਾਰਥਾਂ ਦੀ ਤੁਲਨਾ ਵਿੱਚ ਬਹੁਤ ਤੁੱਛ ਮਾਨੇ ਰੱਖਦੀਆਂ ਹਨ। ਅਕਾਲੀ ਲੀਡਰਸ਼ਿਪ ਦਾ ਭਾਰੂ ਵਰਗ ਵੀ ਇਸੇ ਹੀ ਸ਼੍ਰੇਣੀ ਵਿੱਚ ਆਉਂਦਾ ਹੈ। ਉਹ ਵੀ ਸਿਰ ਚੁੱਕ ਰਹੇ ਇਸ ਖਾੜਕੂ ਰੁਝਾਨ ਤੋਂ ਬਰਾਬਰ ਚਿੰਤਤ ਸੀ। ਜਮਾਤੀ ਆਰਥਿਕ ਹਿੱਤਾਂ ਦੇ ਨਾਲ ਹੀ ਆਪਣੇ ਕੁਰਸੀ ਰੁਤਬੇ ਦੀ ਵਜ੍ਹਾ ਕਰਕੇ ਵੀ ਖਾੜਕੂ ਰੁਝਾਨ ਦੀ ਨੁਕਤਾਚੀਨੀ ਦਾ ਵੱਧ ਜਿੰਮਾ ਸਿੱਖ ਪੰਥ ਅੰਦਰਲੇ ਉਪਰੋਕਤ ਵਰਗਾਂ ਦੇ ਬੌਧਿਕ ਨੁਮਾਇੰਦਿਆਂ ਨੇ ਓਟਿਆ। ਇਸ ਰੁਝਾਨ ਖਿਲਾਫ ਉਹਨਾਂ ਕੋਲ ਦੋ ਪ੍ਰਮੁੱਖ ਦਲੀਲਾਂ ਸਨ। ਇੱਕ ਤਾਂ ਇਹ ਕਿ ਇਹ ਰੁਝਾਨ ਸਿੱਖਾਂ ਵੱਲੋਂ ਪਿਛਲੇ 6-7 ਦਹਾਕਿਆਂ ਦੌਰਾਨ ਨਿਰੰਤਰ ਪੁਰਅਮਨ ਢੰਗ ਨਾਲ ਲੜੀ ਗਈ ਜਾਨਦਾਰ ਅਤੇ ਸ਼ਾਨਦਾਰ ਜਦੋਜਹਿਦ ਦੀਆਂ ਗੌਰਵਸ਼ਾਲੀ ਰਵਾਇਤਾਂ ਨੂੰ ਨਕਾਰਦਾ ਤੇ ਇਹਨਾਂ ਦੀ ਸ਼ਾਨ ਨੂੰ ਵਟਾ ਲਾਉਂਦਾ ਹੈ। ਦੂਜਾ ਇਹ ਕਿ ਵਿਹਾਰਕ ਦ੍ਰਿਸ਼ਟੀ ਤੋਂ ਦੇਖਿਆ ਜਮਹੂਰੀਅਤ ਤੇ ਸਭਿਅਤਾ ਦੇ ਅਜੋਕੇ ਯੁੱਗ ਅੰਦਰ ਜਦ ਆਪਣੀ ਗੱਲ ਕਹਿਣ ਤੇ ਆਪਣੀਆਂ ਮੰਗਾਂ ਮਨਵਾਉਣ ਦਾ ਜਮਹੂਰੀ ਸਲੀਕਾ ਦੇ ਸਭਿਅਕ ਢੰਗ ਤਰੀਕੇ ਨਾਲ ਪ੍ਰਵਾਨਿਤ ਹੋ ਜਾਂਦਾ ਹੈ ਜਾਂ ਹੋ ਚੁੱਕਾ ਹੈ, ਤਾਂ ਹਥਿਆਰਾਂ ਦੀ ਭਾਸ਼ਾ ਵਿੱਚ ਗੱਲ ਕਰਨ ਦੀ ਨਾ ਕੋਈ ਤੁਕ ਰਹਿ ਜਾਂਦੀ ਹੈ ਤੇ ਨਾ ਇਸ ਚੋਂ ਕੋਈ ਸਾਰਥਕ ਸਿੱਟੇ ਨਿਕਲ ਸਕਦੇ ਹਨ। ਸਗੋਂ ਉਲਟਾ ਇਹ ਅਸਭਿਅਕ ਢੰਗ ਤਰੀਕਾ ਪੁੱਠਾ ਡੰਗ ਮਾਰ ਸਕਦਾ ਹੈ। ਅਮਲ ਦੌਰਾਨ ਇਹ ਦੇਖਣ ਵਿੱਚ ਆਇਆ ਕਿ ਖਾੜਕੂ ਰੁਝਾਨ ਖਿਲਾਫ ਉਪਰੋਕਤ ਸਿਧਾਂਤਕ ਦਲੀਲਬਾਜ਼ੀ ਅਮਲੀ ਤੌਰ ਤੇ ਬਹੁਤੀ ਅਸਰਦਾਰ ਸਾਬਤ ਨਹੀਂ ਹੋ ਸਕੀ। ਨਾ ਸਿਰਫ ਜੋਸ਼ੀਲੇ ਖਾੜਕੂ ਤੱਤਾਂ ਸਗੋਂ ਆਮ ਸਿੱਖ ਜਨਤਾ ਨੇ ਵੀ ਇਸ ਨੂੰ ਬਹੁਤਾ ਨਹੀਂ ਗੌਲਿਆ। ਇਹ ਨਹੀਂ ਕਿ ਤਰਕ ਦੇ ਲਿਹਾਜ਼ ਨਾਲ ਇਹਨਾਂ ਦਲੀਲਾਂ ਅੰਦਰ ਕੋਈ ਦਮ ਨਹੀਂ ਸੀ। ਅਸਲ ਵਿੱਚ ਕਿਸੇ ਵੀ ਮੌਕੇ ਕਿਸੇ ਦਲੀਲ ਦੇ ਵੱਧ ਜਾਂ ਘੱਟ ਪ੍ਰਭਾਵਕਾਰੀ ਹੋਣ ਵਿੱਚ ਉਸ ਦਾ ਆਂਤਰਿਕ ਤਰਕ ਹੀ ਨਿਰਣਾਕਾਰੀ ਪੱਖ ਨਹੀਂ ਹੁੰਦਾ। ਇਹ ਗੱਲ ਵੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ ਕਿ ਉਸ ਦਲੀਲ ਦੇ ਪਿੱਛੇ ਖੜਾ ਸੱਚ ਕਿੰਨਾ ਕੁ ਪ੍ਰਮਾਣਿਤ ਹੈ, ਅਰਥਾਤ ਇਸ ਦਲੀਲ ਦੀ ਵਰਤੋਂ ਕਰਨ ਵਾਲੀਆਂ ਤਾਕਤਾਂ ਕੌਣ ਹਨ ਤੇ ਉਹਨਾਂ ਦੇ ਪੱਲੇ ਕਿੰਨਾ ਸੱਚ ਤੇ ਕਿੰਨਾ ਕੁਸੱਤ ਹੈ। ਸਰਸਰੀ ਨਜ਼ਰ ਨਾਲ ਦੇਖਿਆ ਇਹ ਗੱਲ ਬਹੁਤ ਹੀ ਵਿਰੋਧਭਾਸ਼ੀ ਤੇ ਅਚੰਭਾਜਨਕ ਲੱਗਦੀ ਹੈ, ਜਿਹੜੀ ਸਿੱਖ ਜਨਤਾ ਨੇ 20ਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਦੌਰਾਨ ਬਦਲੇ ਦੀ ਭਾਵਨਾ ਚੋਂ ਨਿਕਲੀਆਂ ਹਿੰਸਕ ਕਾਰਵਾਈਆਂ, ਬੱਬਰ ਅਕਾਲੀ ਲਹਿਰ ਤੇ ਇਸ ਵੰਨਗੀ ਦੀਆਂ ਹੋਰ ਲਹਿਰਾਂ ਦੇ ਰਾਹ ਨੂੰ ਠੁਕਰਾ ਕੇ ਪੁਰਅਮਨ ਜਨਤਕ ਜਦੋਜਹਿਦ ਦੇ ਪੈਂਤੜੇ ਅਕਾਲੀ ਮੋਰਚੇ ਨੂੰ ਆਪਣਾ ਭਰਪੂਰ ਸਮਰਥਨ ਜੁਟਾਇਆ। 4-5 ਦਹਾਕਿਆਂ ਦੇ ਵਕਫੇ ਬਾਅਦ ਉਹੀ ਸਿੱਖ ਜਨਤਾ ਓਨੇ ਹੀ ਜ਼ੋਰ ਨਾਲ ਪੁਰਅਮਨ ਜਨਤਕ ਜਦੋਜਹਿਦ ਦੇ ਮੁਕਾਬਲੇ ਹਿੰਸਕ ਕਾਰਵਾਈਆਂ ਦੇ ਪੱਖ ਵਿੱਚ ਉਲਰ ਗਈ। ਇਸ ਦੀ ਇੱਕ ਵਿਆਖਿਆ ਇਹ ਹੋ ਸਕਦੀ ਹੈ ਕਿ 20ਵੀਆਂ-30ਵੀਆਂ 'ਚ ਪੁਰਅਮਨ ਜਨਤਕ ਜਦੋਜਹਿਦ ਦੇ ਰਾਹ ਨੂੰ ਪੁਰਾਣੀਆਂ ਤਾਕਤਾਂ ਦੇ ਇਸ ਪੈਂਤੜੇ ਅੰਦਰ ਕੋਈ ਖੋਟ ਨਹੀਂ ਸੀ, ਅਰਥਾਤ ਉਹਨਾਂ ਦਾ ਇਹ ਪੈਂਤੜਾ ਕਿਸੇ ਸ਼ੁੱਧ ਤੇ ਪ੍ਰਮਾਣਿਤ ਸੀ ਅਤੇ ਇਸ ਵਜ੍ਹਾ ਕਰਕੇ ਉਹਨਾਂ ਦਾ ਨੈਤਿਕ ਪਲੜਾ ਕਿਤੇ ਵਜਨਦਾਰ ਸੀ। ਜਦੋਂ ਕਿ 60ਵੀਆਂ-70ਵੀਆਂ ਤੱਕ ਪਹੁੰਚ ਕੇ ਇਹੀ ਪੱਖ ਉਲਟੇ ਰੁਖ ਘੁੰਮ ਗਏ, ਅਰਥਾਤ ਪੁਰਅਮਨ ਜਨਤਕ
ਜਦੋਜਹਿਦ ਦੇ ਪੈਂਤੜੇ ਉੱਤੇ ਸਵਾਰਥ ਅਤੇ ਦੰਭ ਦਾ ਖੋਟ ਹਾਵੀ ਹੋ ਗਿਆ, ਜਿਸ ਨਾਲ ਇਸ ਪੈਂਤੜੇ ਦੀਆਂ ਧਾਰਨੀ ਤਾਕਤਾਂ ਦਾ ਨੈਤਿਕ ਪੱਲੜਾ ਹਲਕਾ ਪਤੰਗ ਹੋ ਕੇ ਰਹਿ ਗਿਆ। ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।